ਪੰਜਾਬ ਸਰਕਾਰ ਇੱਕ ਪਾਸੇ ਪੰਜਾਬ ਵਿੱਚ ਇੰਡਸਟਰੀ ਨੂੰ ਜਿਹੜਾ ਪ੍ਰਫੁੱਲਤ ਕਰਨ ਲਈ ਨਿਤ ਨਵੇਂ ਉਪਰਾਲੇ ਕਰ ਰਹੀ ਹੈ, ਪਰ ਪੰਜਾਬ ਦੀ ਇੰਡਸਟਰੀ ਲਗਾਤਾਰ ਦੂਸਰੇ ਸੂਬਿਆਂ ਦੇ ਵਿੱਚ ਪ੍ਰਵਾਸ ਕਰ ਰਹੀ ਹੈ। ਅਸੀਂ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਪਹੁੰਚੇ ਹਾਂ ਬਠਿੰਡਾ ਦੇ ਗਰੋਥ ਸੈਂਟਰ 'ਚ, ਗੱਲਬਾਤ ਕਰਦੇ ਹਾਂ ਇੱਥੇ ਦੇ ਜਿਹੜੇ ਪ੍ਰਧਾਨ ਨੇ। ਕੀ ਨਾਮ ਹੈ ਜੀ ਤੁਹਾਡਾ? ਰਾਮ ਪ੍ਰਕਾਸ਼ ਜਿੰਦਲ, ਪ੍ਰਧਾਨ ਬਠਿੰਡਾ ਚੈਂਬਰ ਆਫ ਕਮਰਸ ਐਂਡ ਇੰਡਸਟਰੀਅਲ ਗਰੋਥ ਸੈਂਟਰ, ਮਾਨਸਾ ਰੋਡ, ਬਠਿੰਡਾ। ਪੰਜਾਬ ਸਰਕਾਰ ਦੇ ਜਿਹੜੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਉਪਰਾਲੇ ਨੇ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ? ਜੋ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ, ਮੈਂ ਤੁਹਾਡੇ ਕੈਮਰੇ ਰਾਹੀਂ ਇੱਕ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬੜੇ ਸੁੰਦਰ ਉਪਰਾਲੇ ਕਰ ਰਹੀ ਹੈ, ਮਨਸ਼ਾ ਅੱਛੀ ਹੈ, ਪਰ ਜਿਹੜੀ ਇੰਡਸਟਰੀ ਹੈ ਉਹ ਗਰੋ ਨਹੀਂ ਕਰ ਰਹੀ। ਗਰੋ ਇਸ ਕਰਕੇ ਨਹੀਂ ਕਰ ਰਹੀ ਕਿ ਜਿਹੜਾ ਸਰਕਾਰ ਦਾ ਸਿਸਟਮ ਹੈ ਉਹ ਜਿਹੜਾ ਅਸੀਂ ਵੇਖ ਰਹੇ ਸੀ ਕਿ ਪੁਰਾਣੀਆਂ ਸਰਕਾਰਾਂ ਦੇ ਜਿਵੇਂ ਸਿਸਟਮ ਸੀ ਉਹੀ ਸਿਸਟਮ ਹੁਣ ਚੱਲੀ ਜਾਂਦਾ। ਆਨਲਾਈਨ ਜੇ ਅਸੀਂ ਕੋਈ ਵੀ ਅਪਰੂਵਲ ਲੈਣੀ ਹੁੰਦੀ ਹੈ ਉਹ ਅਪਰੂਵਲ ਨਹੀਂ ਮਿਲਦੀ। ਸਪੋਜ਼ ਕਰੋ ਕਿ ਜਿਵੇਂ ਹੁਣ OT ਸਕੀਮ ਦਿੱਤੀ ਸਰਕਾਰ ਨੇ ਪੋਲਿਊਸ਼ਨ ਕੰਟਰੋਲ ਬੋਰਡ ਦੀ, ਉਹ OT ਸਕੀਮ ਦਾ ਬੈਨੀਫਿਟ ਲੈਣ ਵਾਸਤੇ ਇੰਡਸਟਰੀ ਵਾਲੇ 10 ਵਾਰੀ ਜਾਏ, ਉਹਦਾ ਕੋਈ ਬੈਨੀਫਿਟ ਨਹੀਂ ਮਿਲਿਆ। ਜੇ ਇੱਕ ਅਪਰੂਵਲ ਆਨਲਾਈਨ ਹੋ ਜਾਂਦੀ ਹੈ ਤਾਂ ਉਹ ਕਹਿੰਦੇ ਜੀ ਤੁਸੀਂ DIC ਵਾਲਿਆਂ ਤੋਂ ਲਓ। DIC ਵਾਲਿਆਂ ਕੋਲੇ ਜਾਂਦੇ ਆ, ਉਹ ਕਹਿੰਦੇ ਜੀ ਅੱਜ ਛੁੱਟੀ ਹੈ, ਕੱਲ੍ਹ ਨੂੰ ਦੇਵਾਂਗੇ। ਉਹਨਾਂ ਨੇ ਦੇਤੀ, ਉਦੋਂ ਬਾਅਦ ਪੋਲਿਊਸ਼ਨ ਵਾਲੇ ਨਹੀਂ ਮਿਲਦੇ। ਸਾਰਿਆਂ ਨੇ ਫੀਸਾਂ ਵੀ ਭਰਤੀਆਂ, ਸਭ ਕੁਛ ਕਰਤਾ, ਕਿਸੇ ਨੂੰ ਕੋਈ ਉਹ ਸਕੀਮ ਦਾ ਫਾਇਦਾ ਨਹੀਂ ਹੋਇਆ। ਤੁਹਾਡੇ ਕੈਮਰੇ ਦੇ ਜ਼ਰੀਏ ਅਸੀਂ ਇੱਕ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਸਹੂਲਤਾਂ ਹੈ, ਜਿਵੇਂ ਸਾਡੇ ਗੁਆਂਢੀ ਦੇਸ਼ ਸੂਬੇ ਨੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਉਹਨਾਂ ਨੇ ਇੱਕ ਨਿਊਡਲ ਅਫਸਰ ਫਿਕਸ ਕਰਦੇ ਨੇ ਇੰਡਸਟਰੀ ਵਾਸਤੇ, ਉਹ ਤਾਂ ਕਿ ਜੇ ਕੋਈ ਸਕੀਮ ਦਿੰਦੇ ਹੈ ਉਹ ਕੋਈ 7 ਦਿਨਾਂ 'ਚ ਹੈ, ਕੋਈ 15 ਦਿਨਾਂ 'ਚ ਹੈ, ਕੋਈ ਮਹੀਨੇ 'ਚ ਹੈ, ਉਹਨੂੰ ਉਹ ਇੰਪਲੀਮੈਂਟ ਕਰਾਉਂਦੇ ਨੇ। ਇਸ ਕਰਕੇ ਸਰਕਾਰ ਨੂੰ ਇਹ ਤੁਹਾਡੇ ਕੈਮਰੇ ਰਾਹੀਂ ਅਪੀਲ ਹੈ ਕਿ ਜੇ ਤੁਸੀਂ ਇਹ ਇੰਡਸਟਰੀ ਨੂੰ ਬਿਹਤਰ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਸਾਨੂੰ ਨਾਲ ਦੇ ਜਿਹੜੇ ਸੂਬਿਆਂ ਦੇ ਸਟਾਈਲ ਹੈ ਜੇ ਉਹ ਅਪਣਾਵਾਂਗੇ ਤਾਂ ਹੀ ਇੰਡਸਟਰੀ ਗਰੋ ਕਰੂਗੀ। ਜਿਵੇਂ ਕਿ ਆਹ ਜਿੱਥੇ ਅਸੀਂ ਬੈਠੇ ਹਾਂ, PSIC ਦਾ ਇਹ ਏਰੀਆ ਕੱਟਿਆ ਹੋਇਆ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਪਲਾਟ ਦਿੱਤੇ ਜਾਂਦੇ ਸੀ ਉਹ ਇੰਡਸਟਰੀ ਲਾਉਣ ਵਾਸਤੇ ਸਬਸਿਡੀ ਦੇ ਰੇਟ 'ਤੇ ਦਿੱਤੇ ਜਾਂਦੇ ਸੀ, ਜਿਹੜੇ ਕਿ ਫਿਕਸ ਰੇਟ ਸੀ। ਸਾਨੂੰ ਇੱਥੇ ਇਹ ਜਿਹੜੇ ਪਲਾਟ ਮਿਲੇ ਹੋਏ ਆ ਇੰਡਸਟਰੀ ਚਲਾਉਣ ਵਾਸਤੇ, ਔਰ ਅੱਜ ਜਿਹੜੀ ਇਹਦੀ ਨਵੀਂ ਪਾਲਿਸੀ ਆ ਗਈ ਕਿ ਇਹਨਾਂ ਨੂੰ ਤੁਸੀਂ ਆਨਲਾਈਨ ਜਿਹੜੇ ਪਲਾਟ ਕੱਟੇ ਜਾਂਦੇ ਆ, ਇਹਨਾਂ ਨੂੰ ਅਸੀਂ ਕਹਿੰਦੇ ਹਾਂ E-auction। E-auction ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਲੋਕ ਵੱਡੇ ਘਰਾਣੇ ਨੇ ਉਹ ਮਿਲੀ ਭੁਗਤ ਦੇ ਨਾਲ ਇਹ ਪ੍ਰੋਪਰਟੀ ਲੈ ਜਾਂਦੇ ਨੇ ਸਸਤੇ ਰੇਟਾਂ 'ਤੇ, ਔਰ ਉਹਨਾਂ ਦੇ ਪਲਾਟ ਕੱਟ ਕੇ ਗਾਂ ਇੰਡਸਟਰੀ ਵਾਲਿਆਂ ਨੂੰ ਵੇਚ ਦਿੰਦੇ ਨੇ ਡਬਲ ਰੇਟਾਂ 'ਤੇ। ਉਹਦਾ ਕੀ ਨੁਕਸਾਨ ਹੁੰਦਾ ਹੈ? ਇੱਕ ਤਾਂ ਉਹ ਪੈਸੇ ਡਬਲ ਲੈ ਗਏ ਇੰਡਸਟਰੀ ਵਾਲਿਆਂ ਤੋਂ, ਦੂਸਰਾ ਕੀ ਹੋਇਆ ਕਿ ਉਹ ਇੰਡਸਟਰੀ ਵਾਲਾ ਜਿਹੜਾ ਫਸ ਗਿਆ, ਨਾ ਤਾਂ ਉਹ ਇੰਡਸਟਰੀ ਲਾ ਸਕਦਾ ਨਾ ਉਹ ਪਲਾਟ ਚਲਾ ਸਕਦਾ। ਹੁਣ ਇਹ ਵੀ ਅਸੀਂ ਤੁਹਾਡੇ ਕੈਮਰੇ ਰਾਹੀਂ ਅਪੀਲ ਕਰਦੇ ਹਾਂ ਕਿ ਇਹਦਾ ਜਿਹੜਾ ਗੁੰਝਲਦਾਰ ਮਸਲਾ ਬਣਿਆ ਹੋਇਆ ਇਹਨੂੰ ਕਲੀਅਰ ਕਰਨਾ ਚਾਹੀਦਾ ਸਰਕਾਰ ਨੂੰ। ਜੇ ਇਹ ਕੈਂਸਲ ਕਰਨੇ ਆ ਤਾਂ ਕੈਂਸਲ ਕਰਨ, ਜੇ ਨਹੀਂ ਕੈਂਸਲ ਕਰਨੇ ਤਾਂ ਉਹ ਇੰਡਸਟਰੀ ਜਿਹੜੇ ਲੋਕ ਲਾਉਣਾ ਚਾਹੁੰਦੇ ਆ ਉਹਨਾਂ ਨੂੰ ਅਪਰੂਵਲ ਦੇ ਕੇ ਇੰਡਸਟਰੀ ਚਲਾਈ ਜਾ ਸਕੇ। ਤੁਸੀਂ ਇੰਡਸਟਰੀ ਦੀ ਗੱਲ ਕੀਤੀ ਹੈ, ਦੂਜੇ ਸੂਬਿਆਂ ਦਾ ਵੀ ਜ਼ਿਕਰ ਕੀਤਾ। ਦੂਜੇ ਸੂਬੇ ਤੇ ਪੰਜਾਬ ਦੇ ਵਿੱਚ ਕਿਹੜੀਆਂ ਜਿਹੜੀਆਂ ਸਹੂਲਤਾਂ ਦਾ ਫਰਕ ਹੈ? ਜਿਹੜੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਨਲਾਈਨ ਜਿਹੜੀਆਂ ਕੋਈ ਵੀ ਸਹੂਲਤਾਂ ਹੈ ਉਹ ਪੰਜਾਬ ਦੇ ਵਿੱਚ ਸਾਨੂੰ ਉਸ ਤਰੀਕੇ ਨਾਲ ਨਹੀਂ ਮਿਲ ਰਹੀਆਂ ਜਿਵੇਂ ਕਿ ਨਾਲ ਦੇ ਗੁਆਂਢੀ ਸੂਬਿਆਂ ਤੋਂ ਮਿਲ ਰਹੀਆਂ। ਜਿਵੇਂ ਅਸੀਂ ਕੋਈ ਅਪਰੂਵਲ ਲੈਣੀ ਹੈ ਕਿਸੇ ਵੀ ਕੰਮ ਵਾਸਤੇ, ਤੁਹਾਨੂੰ ਦੱਸਿਆ ਕਿ ਜਿਵੇਂ GST ਦਾ ਹੀ ਹੈ, GST ਦਾ ਅਸੀਂ ਲਾਇਸੈਂਸ ਲੈਣਾ ਹੈ। GST ਦਾ ਲਾਇਸੈਂਸ ਤਾਂ ਬਿਨ ਪੁੱਛੇ ਹੀ ਦੇ ਦੇਣਾ ਚਾਹੀਦਾ ਉਹਨਾਂ ਨੂੰ, ਕਿਉਂਕਿ ਜੇ GST ਦਾ ਅਸੀਂ ਲਾਇਸੈਂਸ ਲਵਾਂਗੇ ਤਾਂ ਹੀ ਕਾਰੋਬਾਰ ਸ਼ੁਰੂ ਕਰਾਂਗੇ। ਉੱਥੇ ਹੀ ਸਾਨੂੰ ਇੱਕ ਮਹੀਨਾ ਉੱਥੇ ਖੱਜਲ ਖੁਆਰੀ ਹੋਣੀ ਪੈਂਦੀ ਹੈ। ਉੱਥੋਂ ਆਬਜੈਕਸ਼ਨ ਲਾ ਕੇ ਮੁੜ ਜਾਂਦੇ ਨੇ, ਜਦੋਂ ਉਹਦਾ ਡੇਟ ਟਾਈਮ ਪੂਰਾ ਹੁੰਦਾ ਉਦੋਂ ਆਬਜੈਕਸ਼ਨ ਲਾ ਦਿੰਦੇ ਨੇ। ਆਬਜੈਕਸ਼ਨ ਉਨੀ ਦੇਰ ਤੱਕ ਕਲੀਅਰ ਨਹੀਂ ਹੁੰਦਾ ਜਿੰਨੀ ਦੇਰ ਤੱਕ ਦਫ਼ਤਰ 'ਚ ਜਾ ਕੇ ਉਹ ਇੰਡਸਟਰੀ ਵਾਲਾ ਗੇੜੇ ਨਹੀਂ ਕੱਢਦਾ। ਇਹਦੇ ਨਾਲੋਂ ਤਾਂ ਆਫਲਾਈਨ ਹੀ ਠੀਕ ਸੀ। ਆਨਲਾਈਨ ਵਾਲਾ ਪਹਿਲੀ ਗੱਲ ਤਾਂ ਜਦੋਂ ਵੀ ਅਸੀਂ ਕੋਈ ਕੰਮ ਕਰਾਉਣਾ ਹੁੰਦਾ ਹੈ ਅਸੀਂ ਆਪਣੇ ਪੋਰਟਲ ਤੋਂ ਕਰਦੇ ਹਾਂ, ਉਹ ਨਹੀਂ ਹੁੰਦਾ। ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਫਲਾਣੇ CA ਕੋਲੇ ਜਾ ਵੜੋ, ਫਲਾਣੇ ਉਹਦੇ ਕੋਲੇ ਜਾ ਵੜੋ। ਫਿਰ ਉਹੀ ਗੱਲ ਹੈ, ਭਾਵੇਂ ਅਸੀਂ ਤੁਹਾਡੇ ਸਰਕਾਰੀ ਦਫ਼ਤਰ ਦੇ ਕਲਰਕ ਤੋਂ ਕਰਾ ਲਈਏ, ਭਾਵੇਂ ਕਿਸੇ CA ਤੋਂ ਕਰਾ ਲਈਏ। ਜੇ ਆਨਲਾਈਨ ਕੰਮ ਦੀ ਕਲੈਰਿਟੀ ਨਹੀਂ ਤਾਂ ਫਿਰ ਆਨਲਾਈਨ ਕਰਨ ਦਾ ਕੀ ਫਾਇਦਾ? ਫਿਰ ਆਫਲਾਈਨ ਹੀ ਠੀਕ ਹੈ। ਤੁਸੀਂ ਆਫਲਾਈਨ ਦੀ ਗੱਲ ਕੀਤੀ ਹੈ। ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਜਿਹੜੀਆਂ ਮੀਟਿੰਗਾਂ ਕਰ ਰਹੀ ਹੈ। ਪੰਜਾਬ 'ਚ ਇੰਡਸਟਰੀ ਆਏ ਵੀ, ਇੱਥੋਂ ਇੰਡਸਟਰੀ ਪ੍ਰਵਾਸ ਕਰ ਰਹੀ ਹੈ। ਤੁਸੀਂ ਕਾਰਨ ਵੀ ਦੱਸਤਾ ਵੀ ਆਨਲਾਈਨ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਦਿੱਕਤਾਂ ਤੁਹਾਨੂੰ? ਹੋਰ ਬਹੁਤ ਸਾਰੀਆਂ ਦਿੱਕਤਾਂ ਜੀ ਇੰਡਸਟਰੀ ਦੇ ਵਿੱਚ। ਦੇਖ ਲਓ ਅਸੀਂ ਜਿਹੜੀ ਸਾਡੀ ਲੋਕਲ ਇੰਡਸਟਰੀ ਦੀ ਪਹੁੰਚ ਤਾਂ ਡਿਪਟੀ ਕਮਿਸ਼ਨਰ ਤੱਕ ਹੁੰਦੀ ਹੈ। ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਤੀ, SSP ਸਾਹਿਬ ਨੂੰ ਵੀ ਕਰਤੀ, ਸਾਡੇ ਹਲਕੇ ਦੇ ਜਿਹੜੇ ਡਿਪਟੀ ਨੇ ਆਪਣੇ DSP ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਤੀ, ਚੌਂਕੀ ਇੰਚਾਰਜ ਉਹਨਾਂ ਨੂੰ ਵੀ ਬੇਨਤੀ ਕਰਤੀ। ਦਿਨ ਦਿਹਾੜੇ ਇੱਥੇ ਲੁੱਟਾਂ ਹੋ ਰਹੀਆਂ। ਇੱਕ ਨਸ਼ਾ ਕੇਂਦਰ ਹੈ ਜਿਹੜਾ ਉਹ ਇੰਡਸਟਰੀ ਏਰੀਏ ਦੇ ਵਿੱਚ ਤਾਂ ਕਦੇ ਸੁਣਿਆ ਹੀ ਨਹੀਂ ਅਸੀਂ ਕਿ ਨਸ਼ਾ ਛਡਾਊ ਕੇਂਦਰ ਹੋਣਗੇ।
ਇੰਡਸਟਰੀ ਏਰੀਏ ਦੇ ਵਿੱਚ ਉਹ ਨਸ਼ਾ ਛਡਾਊ ਕੇਂਦਰ ਲਿਆ ਕੇ ਇਹਨਾਂ ਨੇ ਰੋਜ਼ ਲੁੱਟਾਂ ਖਸੋਹਾਂ ਹੋ ਰਹੀਆਂ। ਇੱਥੇ ਜਿਹੜੀ ਸਾਡੀ ਲੇਬਰ ਹੈ ਉਹ ਵੀ ਮੂਵ ਹੋ ਰਹੀ ਹੈ। ਜੇ ਇਹੀ ਕੰਮ ਰਿਹਾ ਤੇ ਇੰਡਸਟਰੀ ਏਰੀਆ ਵੀ ਬੰਦ ਹੋ ਜਾਊਗਾ ਤੇ ਇੱਥੇ ਕੋਈ ਲੇਬਰ ਪਿੰਡਾਂ ਤੋਂ ਆਉਣਾ ਹੀ ਨਹੀਂ ਚਾਹੁੰਦੀ, ਕਿਉਂਕਿ ਦਿਨ ਦਿਹਾੜੇ ਇਹਨਾਂ ਦੇ ਮੋਬਾਈਲ ਖੋਏ ਜਾਂਦੇ ਨੇ, ਰੋਜ਼ ਸੱਟਾਂ ਮਾਰੀਆਂ ਜਾਂਦੀਆਂ ਨੇ, ਕੋਈ ਬੰਦਾ ਫੜਿਆ ਨਹੀਂ ਜਾਂਦਾ। ਥੋੜ੍ਹੇ ਦਿਨ ਪਹਿਲਾਂ ਇੱਕ ਕੋਈ ਇਲਾਜ ਕਰਾਉਣ ਆਇਆ ਸੀ ਰਾਜਸਥਾਨ ਤੋਂ ਬੰਦਾ, ਕੈਂਸਰ ਹਸਪੀਟਲ ਹੈ ਇੱਥੇ, ਉੱਥੇ ਉਹਦਾ ਦਿਨ ਦਿਹਾੜੇ ਝੋਲਾ ਖੋ ਕੇ ਭੱਜ ਕੇ 5000 ਰੁਪਈਆ ਸੀ ਉਹਦੇ ਕੋਲੇ ਮੋਬਾਈਲ ਸੀ, ਕੋਈ ਸੁਣਵਾਈ ਨਹੀਂ। ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਇਹ ਚੀਜ਼ਾਂ ਵਾਸਤੇ ਅਸੀਂ ਕਿਹਨੂੰ ਬੇਨਤੀ ਕਰੀਏ, ਸਾਡੀ ਕੋਈ ਸੁਣਵਾਈ ਹੈ ਨਹੀਂ ਕਿਸੇ ਪਾਸੇ, ਤੇ ਵਪਾਰ ਅਸੀਂ ਕਿਵੇਂ ਚਲਾਵਾਂਗੇ? ਸਾਰਾ ਦਿਨ ਤਾਂ ਸਾਨੂੰ ਲੇਬਰ ਦੀ ਟੈਨਸ਼ਨ ਰਹਿੰਦੀ ਹੈ ਕਿ ਲੇਬਰ ਕਿੱਥੋਂ ਲਿਆਈਏ, ਲੇਬਰ ਨੂੰ ਕਿਵੇਂ ਲਿਆਈਏ। ਇਸ ਕਰਕੇ ਜਿਹੜਾ ਇਹ ਮਾਹੌਲ ਹੈ, ਇਹ ਮਾਹੌਲ ਜਿੰਨੀ ਦੇਰ ਤੱਕ ਵਧੀਆ ਨਹੀਂ ਬਣਦਾ ਉਨੀ ਦੇਰ ਤੱਕ ਇੰਡਸਟਰੀ ਗਰੋ ਨਹੀਂ ਹੋਊਗੀ। ਇਹ ਸਨ ਪ੍ਰੈਜ਼ੀਡੈਂਟ ਗਰੋਥ ਸੈਂਟਰ ਦੇ ਸਾਡੇ ਨਾਲ ਸਲਾਹਕਾਰ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਵਨੀਸ਼ ਕੁਮਾਰ ਖੋਸਲਾ, ਮੈਂ ਬਠਿੰਡਾ ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼ ਦਾ ਸਪੋਕਸਪਰਸਨ ਐਂਡ ਐਡਵਾਈਜ਼ਰ ਹਾਂ। ਗੱਲ ਕਰੀਏ, ਤੁਸੀਂ ਐਡਵਾਈਜ਼ਰ ਹੋ, ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਗਰੋਥ ਕਰਨ ਲਈ ਕਿਹੜੀਆਂ-ਕਿਹੜੀਆਂ ਸਹੂਲਤਾਂ ਦੀ ਲੋੜ ਹੈ? ਦੇਖੋ, ਪੰਜਾਬ ਗੌਰਨਮੈਂਟ ਦੀਆਂ ਇੰਡਸਟਰੀ ਦੇ ਲਈ ਪਾਲਿਸੀਜ਼ ਬਣੀਆਂ, ਉਹਦੇ 'ਚ ਰੈਗੂਲਰਲੀ ਚੇਂਜਸ ਹੋ ਰਹੀਆਂ, ਪਰ ਉਹ ਜਿਹੜੀਆਂ ਪਾਲਿਸੀ ਬਣੀ ਉਹਦੇ ਜਿਹੜੇ ਬੈਨੀਫਿਟ ਹੈ ਉਹ ਇੰਡਸਟਰੀਲਿਸਟ ਨੂੰ ਕਦੀ ਵੀ ਡਿਲੀਵਰ ਨਹੀਂ ਹੋਏ। ਜੇ ਹੋਏ ਤਾਂ ਕਦੀ ਉਹ 20% ਜਾਂ 25% ਤੱਕ ਹੀ ਹੋਏ, ਕਿਉਂਕਿ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਨਹੀਂ ਹੈ। ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਕਿਵੇਂ ਹੋਏਗੀ? ਜੇ ਪੰਜਾਬ ਦੇ ਵਿੱਚ ਇੰਡਸਟਰੀ ਗਰੋ ਕਰੇਗੀ, ਉੱਥੋਂ ਟੈਕਸ ਆਏਗਾ ਤੇ ਉਹਦੇ ਨਾਲ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਇੰਪਰੂਵ ਹੋਏਗੀ। ਪ੍ਰਧਾਨ ਜੀ ਨੇ ਜਿਵੇਂ ਦੱਸਿਆ, ਅਸੀਂ ਆਨਲਾਈਨ ਐਪਲੀਕੇਸ਼ਨ ਕਿਸੇ ਵੀ ਚੀਜ਼ ਦੀ ਸਬਮਿਟ ਕਰਨੀ ਹੈ, ਸਪੋਜ਼ ਕਰ ਲਓ ਇਹਨਾਂ ਨੇ GST ਦੀ ਗੱਲ ਕੀਤੀ, ਮੈਂ ਪੋਲਿਊਸ਼ਨ ਦੇ ਲਈ ਐਪਲੀਕੇਸ਼ਨ ਕਰਨੀ ਹੈ ਫਾਈਲ, ਉਹਦੇ ਵਿੱਚ ਕਿਤੇ ਵੀ ਕਲੈਰਿਟੀ ਨਹੀਂ ਹੈ ਵੀ ਕਿਹੜੀ ਚੀਜ਼ ਤੁਸੀਂ ਨਾਲ ਲਗਾਉਣੀ ਹੈ। 3 ਵਾਰੀ 4 ਵਾਰੀ ਤੁਸੀਂ ਐਪਲੀਕੇਸ਼ਨ ਫਿਲ ਕਰ ਦਿੰਦੇ ਹੋ, ਤੁਸੀਂ ਸਾਰੇ ਕਾਲਮ ਫਿਲ ਕਰਤੇ ਐਗਜ਼ੈਕਟਲੀ, ਜਦੋਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਸਬਮਿਟ ਕਰਦੇ ਹੋ, ਉਹਦੇ 'ਚੋਂ 4-5 ਕਾਲਮ ਚੇਂਜ ਹੋ ਕੇ ਕੁਝ ਹੋਰ ਹੀ ਆ ਜਾਂਦਾ ਉਹਦੇ 'ਤੇ, ਫਿਰ ਉਹਦੇ 'ਤੇ ਓਬਜੈਕਸ਼ਨ ਆ ਜਾਂਦਾ ਵੀ ਇਹ ਤੁਹਾਡੇ ਕਾਲਮ ਜਿਹੜੇ ਆ ਤੁਸੀਂ ਫਿਲ ਨਹੀਂ ਕੀਤੇ, ਇਸ ਕਰਕੇ ਇਹ ਹੋ ਨਹੀਂ ਰਿਹਾ। ਮੇਰੇ ਨਾਲ ਵੀ ਇਹੀ ਚੀਜ਼ ਵਾਪਰੀ ਹੈ, ਸਾਡੇ ਹੋਰ ਇੰਡਸਟਰੀਜ਼ ਭਰਾਵਾਂ ਨਾਲ ਵੀ ਇਹੀ ਚੀਜ਼ ਵਾਪਰੀ ਹੈ। ਦੂਸਰੀ ਪ੍ਰਧਾਨ ਜੀ ਨੇ ਗੱਲ ਕੀਤੀ, ਜਿਵੇਂ ਨਸ਼ਾ ਛਡਾਊ ਕੇਂਦਰ ਹੈ, ਨਸ਼ਾ ਛਡਾਊ ਕੇਂਦਰ ਪਹਿਲਾਂ ਸਿਵਲ ਹਸਪੀਟਲ ਦੇ ਵਿੱਚ ਹੁੰਦਾ ਸੀ, ਕੋਵਿਡ ਦੇ ਟਾਈਮ ਤੇ ਉਹਨੂੰ ਇੱਥੇ ਸ਼ਿਫਟ ਕਰਤਾ ਟੈਂਪਰੇਰੀਲੀ, ਬਟ ਉਹਨੂੰ ਪਰਮਾਨੈਂਟ ਇੱਥੇ ਹੀ ਛੱਡਤਾ, ਔਰ ਉਹ ਇੰਡਸਟਰੀਅਲ ਏਰੀਆ ਦੇ ਜਿੱਥੇ ਗਰੋਥ ਸੈਂਟਰ ਸ਼ੁਰੂ ਹੁੰਦਾ ਉਹਦੀ ਸ਼ੁਰੂਆਤ ਦੇ ਵਿੱਚ ਹੀ ਹੈ। ਸਵੇਰੇ ਜਦੋਂ ਤੁਸੀਂ ਆਉਂਦੇ ਹੋ ਤੁਹਾਨੂੰ ਉੱਥੇ ਭੀੜ ਲੱਗੀ ਹੁੰਦੀ ਹੈ, ਉਹ ਬੰਦੇ ਨਸ਼ਾ ਛਡਾਊ ਕੇਂਦਰ ਵੱਲ ਤੋਂ ਦਵਾਈਆਂ ਲੈ ਕੇ, ਉਹੀ ਦਵਾਈਆਂ ਖਾ ਕੇ ਜ਼ਿਆਦਾ ਕੁਆਂਟੀਟੀ 'ਚ ਜਾਂ ਉਹਨਾਂ ਨੂੰ ਰੀਸੇਲ ਕਰਕੇ ਇੰਡਸਟਰੀਅਲ ਏਰੀਆ 'ਚ ਹੀ ਘੁੰਮਦੇ ਰਹਿੰਦੇ ਆ। ਜਿਹੜੇ ਸਾਡੇ ਵਰਕਰਸ ਉੱਥੇ ਕੰਮ ਕਰਦੇ ਆ, ਉਹਨਾਂ ਤੋਂ ਕਦੀ ਕਿਸੇ ਤੋਂ ਮੋਟਰਸਾਈਕਲ ਖੋਹ ਲਿਆ ਜਾਂਦਾ ਹੈ, ਕਿਸੇ ਦੇ ਜਾਂਦੇ ਦੇ ਰਾਤ ਨੂੰ ਸੋਟੀ ਮਾਰ ਕੇ ਉਹਦਾ ਮੋਬਾਈਲ ਖੋਹ ਲਿਆ ਜਾਂਦਾ, ਪਰ ਕੋਈ ਸੁਣਵਾਈ ਨਹੀਂ ਹੁੰਦੀ। ਪਿੱਛੇ ਜੇ ਡਿਪਟੀ ਸਾਹਿਬ ਨਾਲ ਔਰ SSP ਸਾਹਿਬ ਨਾਲ ਗੱਲ ਹੋਈ ਸੀ ਵੀ ਇਸ ਏਰੀਆ ਦੇ ਵਿੱਚ ਅਸੀਂ ਇੱਕ PCR ਖੜੀ ਕਰ ਦਿਆਂਗੇ ਪਰਮਾਨੈਂਟ, ਜਿਹੜੀ ਇੱਥੇ ਹੀ ਰਹੇਗੀ ਤੇ ਇੰਡਸਟਰੀਅਲ ਏਰੀਆ ਨੂੰ ਦੇਖੇਗੀ, ਪਰ ਉਹਦੇ 'ਤੇ ਵੀ ਕੋਈ ਕਾਰਵਾਈ ਹੋਈ ਨਹੀਂ। ਕਦੀ ਕੋਈ ਪੁਲਿਸ ਵਾਲਾ ਆ ਕੇ ਇੱਕ ਚੱਕਰ ਲਗਾ ਜਾਂਦਾ, PCR ਦਾ ਕੋਈ ਰੈਗੂਲਰ ਇੱਥੇ ਹੈ ਨਹੀਂ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਪਾਲਿਸੀ ਦੀ ਗੱਲ ਕਰ ਰਹੇ ਸੀ, ਬਾਕੀ ਸਟੇਟਸ ਦੇ ਵਿੱਚ ਪਾਲਿਸੀਜ਼ ਹੈ, ਇਲੈਕਟ੍ਰਿਸਿਟੀ ਦੇ ਵਿੱਚ ਬਹੁਤ ਜ਼ਿਆਦਾ ਕੰਸੈਸ਼ਨ ਦਿੱਤੇ ਜਾਂਦੇ ਆ, ਪਰ ਸਾਡੀ ਸਰਕਾਰ ਨੇ, ਨਵੀਂ ਸਰਕਾਰ ਨੇ ਬੜੇ ਵਾਅਦੇ ਕਰਕੇ ਆਈ ਆ, ਔਰ ਉਹਦੇ ਲਈ ਉਦਮ ਵੀ ਕੀਤਾ ਵੀ ਅਸੀਂ ਇੰਡਸਟਰੀ ਨੂੰ ਗਰੋ ਕਰਨ ਲਈ ਬਹੁਤ ਸਾਰੀਆਂ ਕਾਨਫਰੰਸਿਸ ਕੀਤੀਆਂ ਵੀ ਬਾਹਰੋਂ ਇੰਡਸਟਰੀ ਲੈ ਕੇ ਆਈਏ, ਪਰ ਜਿਹੜੀ ਪਹਿਲਾਂ ਇੰਡਸਟਰੀ ਬੈਠੀ ਹੈ ਉਹ ਚੱਲਦੀ ਰਹੇ, ਉਹਦੇ ਲਈ ਤਾਂ ਉਪਰਾਲੇ ਕਰੀਏ। ਉਹਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਹਿੰਦੁਸਤਾਨ 'ਚ ਪੰਜਾਬ ਦੇ ਵਿੱਚ ਹੈ ਇੰਡਸਟਰੀ ਦੇ ਲਈ। ਹੁਣ ਰੀਸੈਂਟਲੀ ਪੰਜਾਬ ਨੇ 50 ਪੈਸੇ ਇੰਡਸਟਰੀ ਦਾ ਰੇਟ ਹੋਰ ਵਧਾਤਾ 1 ਅਪ੍ਰੈਲ ਤੋਂ। ਪਹਿਲਾਂ ਹੀ ਕੋਵਿਡ ਕਾਰਨ ਵੀ ਔਰ ਕੁਝ ਹਾਲਾਤ ਕਾਰਨ ਵੀ ਜਿਹੜੀ ਇੰਡਸਟਰੀ ਆ ਉਹ ਪਹਿਲਾਂ ਹੀ ਡਿਪਰੈਸਡ ਹੈ, ਇੰਡਸਟਰੀਲਿਸਟ ਜਿਹੜੇ ਆ ਉਹ ਗਰੋ ਨਹੀਂ ਕਰ ਪਾ ਰਹੇ, ਪਰ ਜਦੋਂ ਉਹਦੇ 'ਤੇ ਫਿਰ ਬਿਜਲੀ ਦਾ ਖਰਚਾ ਫਾਲਤੂ ਪੈ ਜਾਂਦਾ ਤੇ ਉਹ ਹੋਰ ਜ਼ਿਆਦਾ ਉਹਨੂੰ ਇਫੈਕਟ ਕਰਦਾ। ਸੈਕੰਡਲੀ, ਜਦੋਂ ਕੋਈ ਨਵੀਂ ਇੰਡਸਟਰੀ ਲਗਾਉਣੀ ਹੁੰਦੀ ਹੈ, ਅਸੀਂ ਗੁਜਰਾਤ 'ਚ ਚਲੇ ਜਾਈਏ, ਅਸੀਂ UP 'ਚ ਚਲੇ ਜਾਈਏ, ਅਸੀਂ ਹਿਮਾਚਲ 'ਚ ਚਲੇ ਜਾਈਏ, ਉੱਥੇ ਇੱਕ PCS ਆਫਿਸਰ ਨੂੰ 5-4 ਇੰਡਸਟਰੀਲਿਸਟ ਜਿਹੜੇ ਉੱਥੇ ਇੰਡਸਟਰੀ ਲਗਾਉਣਾ ਚਾਹੁੰਦੇ ਆ, ਉਹਨਾਂ ਦੇ ਨਾਲ ਫਿਕਸ ਕਰਤਾ ਜਾਂਦਾ ਵੀ ਇਹ ਤੁਹਾਡੀ ਜੋ ਵੀ ਫੈਸਿਲਿਟੀ ਹੈ 1 ਮਹੀਨੇ ਦੇ ਵਿੱਚ ਸਾਰੀ ਤੁਹਾਨੂੰ ਕਰਵਾ ਕੇ ਦੇਣਗੇ। ਪੰਜਾਬ ਦੇ ਵਿੱਚ ਤਾਂ ਦਫ਼ਤਰਾਂ 'ਚ ਧੱਕੇ ਖਾਈ ਜਾਓ ਤੇ ਵਾਪਸ ਆ ਜਾਓ, ਤੁਹਾਡੇ ਜਿਹੜੇ ਸਿਸਟਮ ਹੈ ਉਹ ਤੁਹਾਨੂੰ ਅਪਰੂਵਲਸ ਹੀ ਨਹੀਂ ਮਿਲਦੀਆਂ। 14 ਟਾਈਪ ਦੀਆਂ ਅਪਰੂਵਲਸ ਲੈਣੀਆਂ ਪੈਂਦੀਆਂ ਕਿਸੇ ਇੰਡਸਟਰੀ ਨੂੰ ਲਗਾਉਣ ਲਈ, ਪਰ ਉਹ ਅਪਰੂਵਲ ਲੈਣ ਦੇ ਵਿੱਚ ਹੀ 6 ਮਹੀਨੇ ਨਿਕਲ ਜਾਂਦੇ ਆ, ਜਿਹਦੇ ਕਰਕੇ ਜਿਹੜਾ ਇੰਡਸਟਰੀਲਿਸਟ ਨੇ ਪੈਸਾ ਲਗਾਇਆ ਹੁੰਦਾ ਲੈਂਡ ਦੇ ਉੱਤੇ, ਬਿਲਡਿੰਗ ਦੇ ਉੱਤੇ, ਮਸ਼ੀਨਰੀ ਦੇ ਉੱਤੇ, ਉਹਦੇ 'ਤੇ ਵਿਆਜ ਪਈ ਜਾਂਦਾ, ਪਰ ਉਹਨੂੰ ਉਹਦੇ 'ਤੇ ਰਿਟਰਨ ਨਹੀਂ ਆਉਣੀ ਸ਼ੁਰੂ ਹੁੰਦੀ। ਹੁਣ ਆਪਾਂ ਨਾਲ ਦੀ ਸਟੇਟ ਦੀ ਗੱਲ ਕਰ ਰਹੇ ਸੀ, ਪ੍ਰਧਾਨ ਜੀ ਨੇ ਕੀਤੀ, JNK ਦੇ ਵਿੱਚ ਜਿਹੜਾ ਲੋਨ ਇੰਡਸਟਰੀ ਲੈਣ ਦੇ ਲਈ ਲੈਂਦਾ ਹੈ, ਟਰਮ ਲੋਨ ਦੇ ਉੱਤੇ ਸਿਰਫ ਉਹਨੂੰ 2% ਇੰਟਰਸਟ ਦੇਣਾ ਪੈਂਦਾ, ਬਾਕੀ ਜਿਹੜਾ ਸਾਰਾ ਇੰਟਰਸਟ ਹੈ ਉਹ ਗਵਰਨਮੈਂਟ ਬੀਅਰ ਕਰਦੀ ਹੈ। ਪਰ ਸਾਡੇ ਪੰਜਾਬ 'ਚ ਇਹੋ ਜਿਹੀ ਕੋਈ ਫੈਸਿਲਿਟੀ ਨਹੀਂ ਹੈ, ਇੱਥੇ 10 ਤੋਂ 12% ਦੇ ਸਾਨੂੰ ਰੇਟ ਆਫ ਇੰਟਰਸਟ 'ਤੇ ਇਨਵੈਸਟਮੈਂਟ ਮਿਲਦੀ ਹੈ ਜੇ ਅਸੀਂ ਲੈਣੀ ਹੋਵੇ।
ਤਾਂ ਇਹ ਸਾਰੀਆਂ ਗੱਲਾਂ ਜੇ ਪੰਜਾਬ ਸਰਕਾਰ ਇਹਦੇ ਵੱਲ ਧਿਆਨ ਦੇਵੇ ਔਰ ਇਹਦੇ ਤੇ ਧਿਆਨ ਦੇ ਕੇ ਕੋਈ ਸਪੈਸ਼ਲ ਨੋਡਲ ਆਫੀਸਰ ਹਰ ਟਾਈਪ ਦੇ ਫਿਕਸ ਕਰਨ ਤਾਂ ਇਹਦਾ ਇੰਪਰੂਵਮੈਂਟ ਹੋ ਸਕਦੀ ਹੈ। ਦੂਸਰੀ ਗੱਲ ਹਾਲਾਤ ਦੀ ਹੈ, ਹਾਲਾਤ ਵੀ ਜੇ ਥੋੜ੍ਹੇ ਜਿਹੇ ਹੋਰ ਵਧੀਆ ਹੋਣ, ਜਿਹੜੀਆਂ ਖੋਹਾਂ ਬੰਦ ਹੋਣ, ਗੁੰਡਾਗਰਦੀ ਬੰਦ ਹੋਵੇ, ਉਹਦੇ ਨਾਲ ਵੀ ਇੰਡਸਟਰੀ ਜਿਹੜੀ ਇੱਥੇ ਗਰੋ ਕਰ ਸਕਦੀ ਹੈ, ਕਿਉਂਕਿ ਜਿਹੜੀ ਸਾਡੀ ਇੰਡਸਟਰੀ ਦੀ ਐਗਜ਼ਿਸਟਿੰਗ ਲੇਬਰ ਹੈ ਉਹ ਵੀ ਪੰਜਾਬ ਦੇ ਹਾਲਾਤ ਨੂੰ ਦੇਖ ਕੇ ਇੱਥੋਂ ਪ੍ਰਵਾਸ ਕਰਨ ਦੇ ਲਈ ਤਿਆਰ ਬੈਠੀ ਹੈ। ਸੋ ਇਹ ਇੰਡਸਟਰੀਲਿਸਟ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਹੈਗਾ ਦਰਦ ਬਿਆਨ ਕੀਤਾ, ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਆਪਾਂ। ਸਰਕਾਰ ਵੱਲੋਂ ਵੀ ਇਹਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ, ਇਨਵੈਸਟ ਵੀ ਕੀਤਾ ਤੇ ਕੋਈ ਸਹੂਲਤ ਵੀ ਨਹੀਂ ਮਿਲ ਰਹੀ, ਜਿਸ ਕਾਰਨ ਹੁਣ ਪੰਜਾਬ ਦੇ ਵਿੱਚੋਂ ਇੰਡਸਟਰੀ ਹੈ ਜਿਹੜੀ ਪ੍ਰਵਾਸ ਕਰ ਰਹੀ ਹੈ। ਪਰ ਸਰਕਾਰ ਦਾ ਜ਼ੋਰ ਲੱਗਿਆ ਹੈ ਇੰਡਸਟਰੀ ਲੈ ਕੇ ਆਉਣ ਲਈ, ਪਰ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਵੀ ਪੁਰਾਣੇ ਜਿਹੜੇ ਇੰਡਸਟਰੀ ਚਲਾ ਰਹੇ ਲੋਕ ਨੇ ਜਾਂ ਕਾਰੋਬਾਰੀ ਨੇ ਉਹਨਾਂ ਦੀ ਬਾਂਹ ਫੜਨ ਤਾਂ ਜੋ ਇੰਡਸਟਰੀ ਅੱਗੇ ਵੱਧ ਸਕੇ, ਪ੍ਰਫੁੱਲਤ ਹੋ ਸਕੇ। ਈਟੀ ਭਾਰਤ ਲਈ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ।